ਖਾਸ ਖਬਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਆ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ। ਵਿਰੋਧੀ ਪਾਰਟੀਆਂ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋ ਰਹੀਆਂ ਨੇ, ਇੱਕ ਸੁਰ ਮਿਲਾ ਰਹੀਆਂ ਨੇ। ਇਹਨਾਂ ਦੀ ਏਕਤਾ ਦਾ ਨਤੀਜਾ ਆਖਰ ਕੀ ਹੋਵੇਗਾ, ਇਸ ਦੇ ਉੱਤੇ ਚਰਚਾ ਕਰਾਂਗੇ। ਤੇ ਦੂਸਰੀ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਦੂਸਰੀਆਂ ਕੌਮਾਂ ਦੇ ਜਿਹੜੇ ਤਿਉਹਾਰ ਮਨਾਉਣ ਦੀ ਪਾਬੰਦੀ ਕਿਉਂ ਲਗਾਇਆ ਦਿੱਤੀ ਗਈ ਆ, ਇਸ 'ਤੇ ਗੱਲ ਹੋਏਗੀ। ਪਹਿਲੀ ਖਬਰ ਵੱਲ ਆਉਂਦੇ ਆ। ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਆ ਉਹ ਹੁਣ ਇਕਜੁੱਟਤਾ ਦਿਖਾ ਰਹੀਆਂ, ਇੱਕ ਇਹਦਾ ਸਬੂਤ ਦੇ ਰਹੀਆਂ ਆ, ਏਕਤਾ ਕਰਨ ਦੀਆਂ ਗੱਲਾਂ ਕਰ ਰਹੀਆਂ ਨੇ। ਕਿਉਂਕਿ ਅੱਗਾਂ ਜੇ ਦੇਖਿਆ ਜਾਵੇ ਤਾਂ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਨੇ। ਲੋਕ ਸਭਾ ਦੀਆਂ ਚੋਣਾਂ ਕਰਕੇ ਮੋਦੀ ਸਰਕਾਰ ਦੇ ਵੀ ਜਿਹੜਾ ਟਾਈਮ ਆ ਉਹ ਸਿਰਫ 6 ਮਹੀਨੇ ਰਹਿ ਗਿਆ ਆ। ਤਾਂ ਸਮਝ ਲਓ ਵੀ ਜਨਵਰੀ ਫਰਵਰੀ ਦਾ ਜਿਹੜਾ ਇਹ ਮੁੱਢਲਾ ਦੌਰ 2024 ਦਾ ਹੋਊਗਾ, ਉਦੋਂ ਲੋਕ ਸਭਾ ਦੇ ਇਲੈਕਸ਼ਨ ਹੋਣਗੇ। ਇਸ ਤੋਂ ਪਹਿਲਾਂ ਜੋ ਕੁਛ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀਆਂ ਹੋਈਆਂ ਨੇ ਵੱਖ-ਵੱਖ ਸੂਬਿਆਂ ਦੇ ਨਾਲ, ਤੇ ਜਾਂ ਫਿਰ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਜਿੱਥੇ ਮੋਦੀ ਜਾਂ ਭਾਜਪਾ ਦੀ ਸਰਕਾਰ ਨਹੀਂ ਹੈ, ਉੱਥੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਆ। ਔਰ ਜਿਵੇਂ ਕਿ ਕੇਜਰੀਵਾਲ ਹੋਰਾਂ ਦੇ ਨਾਲ ਹੋਇਆ ਆ ਕਿ ਦਿੱਲੀ ਵਿੱਚ ਆਪ ਦੀ ਸਰਕਾਰ ਆ, ਔਰ ਕਿਸ ਤਰੀਕੇ ਧੱਕੇਸ਼ਾਹੀ ਉੱਥੇ ਕੀਤੀ ਗਈ ਆ ਕਿ 2 ਵੱਡੇ ਮੰਤਰੀ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਨੇ। ਇਸ ਨੂੰ ਲੈ ਕੇ ਇੱਕ ਬਿੱਲ ਦੀ ਗੱਲ ਕੀਤੀ ਜਾ ਰਹੀ ਸੀ ਕਿ ਬਿੱਲ ਲਿਆਂਦਾ ਜਾਊਗਾ ਤਾਂ ਕਿ ਇਹ ਜੋ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਹ ਬੰਦ ਹੋਵੇ। ਅਜੇ ਤੱਕ ਜੇ ਗੱਲ ਆਪਾਂ ਕਹੀਏ ਤਾਂ ਹੁਣ ਤੱਕ ਰਾਜਨੀਤਿਕ ਪਾਰਟੀਆਂ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਹੀ ਅਪਣਾਈ ਆ। ਪਰ ਇਹਨਾਂ ਦਿਨਾਂ ਦੇ ਵਿੱਚ ਵਿਰੋਧੀ ਧਿਰ ਦਾ ਜਿਹੜਾ ਪਟਨਾ ਦੇ ਵਿੱਚ ਇਕੱਠ ਹੋਇਆ ਹੈ, ਉਸ ਦੀ ਸਫਲਤਾ ਦਾ ਅੰਦਾਜ਼ਾ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਦੇ ਬਚਨਾਂ ਅਤੇ ਖਾਮੋਸ਼ੀਆਂ 'ਚੋਂ ਨਹੀਂ ਲਗਾਇਆ ਜਾ ਸਕਦਾ। ਪਰ ਜਦੋਂ ਭਾਜਪਾ ਦੇ ਆਗੂਆਂ ਦੇ ਬਿਆਨ ਸੁਣੇ ਤਾਂ ਲੱਗਦਾ ਆ ਕਿ ਅੱਜ ਜਿਸ ਰਸਤੇ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਲੀਡਰ ਚੱਲ ਪਏ ਹੈ, ਉਹ ਹੁਣ ਭਾਰਤ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਲੈ ਕੇ ਆਊਗੀ। ਅੱਜ ਤੱਕ ਤਾਂ ਇਹੀ ਆਪਾਂ ਸੁਣਦੇ ਰਹੇ ਹਾਂ, ਹੈ ਨਾ। ਮੈਂ ਜਿਹੜੀ ਅੰਗਰੇਜ਼ਾਂ ਦੇ ਜ਼ਮਾਨੇ ਦੀ ਗੱਲ ਕੀਤੀ ਹੈ ਕਿ ਅੰਗਰੇਜ਼ ਇੱਕੋ ਨੀਤੀ ਦੇ ਉੱਤੇ ਕੰਮ ਕਰਦੇ ਰਹੇ ਆ, ਤਾਂ ਹੀ ਉਹ ਸਾਡੇ ਭਾਰਤ ਦੇ ਵਿੱਚ ਉਹ ਵੱਖ-ਵੱਖ ਸਟੇਟਾਂ 'ਚ ਜਾਂਦੇ ਸੀਗੇ। ਰਾਜਾਸ਼ਾਹੀ ਸਟੇਟਾਂ ਹੁੰਦੀਆਂ ਸੀਗੀਆਂ ਅਤੇ ਉੱਥੇ ਇੱਕੋ ਹੀ ਨੀਤੀ ਅਪਣਾਉਂਦੇ ਸੀਗੇ, ਪਾੜੋ ਤੇ ਰਾਜ ਕਰੋ ਦੀ। ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਵਿੱਚ ਵੀ ਅੰਗਰੇਜ਼ ਨੀਤੀ ਉੱਤੇ ਡੋਗਰੇ ਚੱਲੇ ਆ ਅਤੇ ਉਹਨਾਂ ਨੇ ਉੱਥੇ ਵੀ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ, ਜਿਸ ਸਦਕਾ ਪੂਰੀ ਦੁਨੀਆ ਵਿੱਚ ਇੱਕੋ ਇੱਕ ਜਿਹੜਾ ਸਿੱਖ ਰਾਜ ਸੀ ਪੰਜਾਬ ਦੇ ਵਿੱਚ ਉਹ ਤਬਾਹ ਹੋ ਗਿਆ, ਖਤਮ ਹੋ ਗਿਆ, ਉਸ ਦਾ ਕੋਈ ਵਾਰਿਸ ਵੀ ਨਾ ਰਿਹਾ। ਇਹ ਪਾੜੋ ਤੇ ਰਾਜ ਕਰੋ ਦੀ ਨੀਤੀ ਅੰਗਰੇਜ਼ ਕਰਦੇ ਰਹੇ ਆ, ਪਰ ਬਾਅਦ ਵਿੱਚ ਸਾਡੇ ਭਾਰਤੀ ਲੀਡਰ ਵੀ ਜਾਂ ਫਿਰ ਪਾਰਟੀਆਂ 'ਚ ਕਹਿੰਦੇ ਫੁੱਟ ਪਾਓ ਦੀ ਜਿਹੜੀ ਨੀਤੀ ਹੁੰਦੀ ਹੈ ਨਾ, ਕਿ ਫੁੱਟ ਪਾ ਦਿਓ, ਪਾਰਟੀਆਂ ਆਪੋ ਆਪ ਪਾਟ ਜਾਣਗੀਆਂ। ਇੱਦਾਂ ਦੀਆਂ ਸਥਿਤੀਆਂ ਇੱਥੇ ਵੀ ਵੇਖਣ ਨੂੰ ਸਾਨੂੰ ਦਿਸਦੀਆਂ ਰਹੀਆਂ ਆ। ਅਤੇ ਇਸ ਕਰਕੇ ਇਹ ਪਹਿਲੀ ਵਾਰ ਤਾਂ ਹੈਰਾਨੀ ਹੁੰਦੀ ਨਾ ਵੀ ਇਹ ਪਹਿਲੀ ਵਾਰ ਆ ਕਿ ਭਾਰਤ ਦੇ ਵੰਡੇ ਹੋਏ ਸਿਆਸਤਦਾਨ, ਵੈਸੇ ਤਾਂ ਕਦੇ ਸਾਡੇ ਸਿਆਸਤਦਾਨ ਜੇ ਦੇਸ਼ ਦੇ ਸਾਂਝੇ ਹਿੱਤਾਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਆ ਕਿ ਕਦੇ ਉਹ ਕਿਸੇ ਸਾਂਝੇ ਮੰਚ ਦੇ ਉੱਤੇ ਇਕੱਠੇ ਹੋਏ ਹੋਣ ਜਾਂ ਫਿਰ ਕਿਸੇ ਸਾਂਝੇ ਮੁਹਾਜ਼ ਦੇ ਲਈ ਉਹਨਾਂ ਨੇ ਕੋਈ ਏਕਾ ਵਿਖਾਇਆ ਹੋਵੇ। ਇਹ ਕਦੇ ਹੀ ਨਹੀਂ ਹੋਇਆਗਾ। ਪਰ ਇਹ ਹੁਣ ਪਹਿਲੀ ਵਾਰੀ ਹੋਇਆ ਹੈ ਕਿ ਸਿਆਸਤਦਾਨ ਆਪਸ ਵਿੱਚ ਜੁੜ ਕੇ ਜਿੱਤਣ ਦੀ ਗੱਲ ਕਰ ਰਹੇ ਆ। ਕਿਉਂਕਿ ਹੁਣ ਮੋਦੀ ਹੋਰੀ ਜਿਹੜੇ ਨੇ ਉਹ 2 ਵਾਰੀਆਂ ਦੇ ਵਿੱਚ ਰਾਜ ਕਰ ਗਏ ਨੇ, ਤਾਂ ਹਜੇ ਹੁਣ ਉਹਨਾਂ ਦੇ ਜਿਹੜੇ 6 ਮਹੀਨਿਆਂ ਦੀ ਗੱਲ ਪਈ ਆ। ਅਤੇ ਇਹ 2 ਵਾਰੀਆਂ ਦਾ ਰਿਆਜ਼ ਜਿਹੜਾ, ਕਿਉਂਕਿ ਬਾਕੀ ਪਾਰਟੀਆਂ ਨੂੰ ਮੌਕਾ ਹੀ ਨਹੀਂ ਮਿਲਿਆ। ਕਾਂਗਰਸ ਦੇਸ਼ ਦੀ ਨੈਸ਼ਨਲ ਪਾਰਟੀਆਂ ਵਿੱਚੋਂ ਇੱਕ ਆਉਂਦੀ ਸੀ, ਮੌਕਾ ਨਹੀਂ ਮਿਲਿਆ। ਹੋਰਾਂ ਪਾਰਟੀਆਂ ਦਾ ਕੋਈ ਉਹ ਆਧਾਰ ਵਕਾਰ ਨਹੀਂ ਬਣਿਆ, ਆਪ ਹਜੇ ਉਸ ਜਗ੍ਹਾ ਤੱਕ ਪਹੁੰਚ ਨਹੀਂ ਸਕੀ। ਇਸ ਕਰਕੇ ਹੁਣ ਫਿਕਰ ਲੱਗਿਆ ਕਿ ਕਿਤੇ ਤੀਸਰੀ ਵਾਰੀ ਵੀ ਜਿਹੜੀ ਭਾਜਪਾ ਆ ਉਹ ਸੱਤਾ ਵਿੱਚ ਨਾ ਆ ਜਾਵੇ। ਭਾਜਪਾ ਦੇ ਆਪ ਦੇ ਦਾਅਵੇ ਆ, ਪਰ ਇਹਨਾਂ ਪਾਰਟੀਆਂ ਦੇ ਜਿਹੜੇ ਨੇ ਉਹ ਆਪਣੇ ਦਾਅਵੇ ਨੇ। ਟਾਈਮ ਦੇਖ ਲਈ ਜਰਾ। ਔਰ ਇਹਦੇ ਪਿੱਛੇ ਇੱਕ ਹੋਰ ਵੀ ਗੱਲ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ, ਕਿਉਂਕਿ PM ਨਰਿੰਦਰ ਮੋਦੀ ਜਿਹੜੇ ਅਮਰੀਕਾ ਦੇ ਦੌਰੇ ਉੱਤੇ ਗਏ ਨੇ ਅਤੇ ਉਸ ਦੌਰੇ ਦੇ ਪਿੱਛੇ ਜਾਣ ਦਾ ਇੱਕ ਵੱਡਾ ਕਾਰਨ ਸੀਗਾ। ਕਾਰਨ ਇਹ ਸੀਗਾ ਕਿ ਉਸ ਤੋਂ ਪਹਿਲਾਂ ਰਾਹੁਲ ਗਾਂਧੀ ਜਿਹੜੇ ਨੇ ਉਹ ਅਮਰੀਕਾ ਦੇ ਦੌਰੇ 'ਤੇ ਜਾਂਦੇ ਨੇ ਅਤੇ ਉੱਥੇ ਜਿਹੜੀ ਉਹਨਾਂ ਦੀ ਪੁੱਛ ਪ੍ਰਤੀਤ ਹੁੰਦੀ ਆ, ਜਿਹੜਾ ਉਹਨਾਂ ਦਾ ਇੱਜ਼ਤ ਮਾਣ ਹੁੰਦਾ, ਉਹਦੀ ਚਰਚਾ ਜਿਹੜੀ ਆ ਪੂਰੀ ਦੁਨੀਆ ਦੇ ਮੀਡੀਆ ਵਿੱਚ ਹੋਈ ਆ, ਜਿਸ ਨੇ ਭਾਜਪਾ ਨੂੰ
ਇਸ ਪੱਖ ਤੋਂ ਹਿਲਾ ਕੇ ਰੱਖ ਦਿੱਤਾ ਕਿ ਜੇ ਰਾਹੁਲ ਗਾਂਧੀ ਮੁਹੱਬਤਾਂ ਵੰਡਣ ਦੀ ਗੱਲ ਕਰਨ ਵਾਲਾ ਰਾਹੁਲ ਗਾਂਧੀ ਜੇ ਕਿਤੇ ਛਾ ਗਿਆ ਤੇ ਫਿਰ ਕਾਂਗਰਸ ਆ ਗਈ ਤਾਂ ਸਾਡੇ ਜਿਹੜੀ ਹੈਗੀ ਆ ਉਹ ਵਕਾਰ ਨੂੰ ਵੀ ਸੱਟ ਲੱਗੂ ਤੇ ਅਸੀਂ ਦੇਸ਼ ਦੇ ਵਿੱਚ ਸੱਤਾ ਦੇ ਉੱਤੇ ਹੋ ਸਕਦਾ ਹੈ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਸ ਦੇ ਵਿੱਚ ਉਹ ਪ੍ਰਾਪਤੀ ਨਾ ਕਰ ਸਕੀ, ਕਿਉਂਕਿ ਆਮ ਅਮਰੀਕਨਾਂ ਅਤੇ ਬੁੱਧੀਜੀਵੀਆਂ ਦੇ ਕੋਲੋਂ ਰਾਹੁਲ ਨੂੰ ਬਹੁਤ ਪਿਆਰ ਸਤਿਕਾਰ ਮਿਲਿਆ ਆ। ਇਸ ਕਰਕੇ ਉਸ ਨੂੰ ਵੇਖ ਕੇ ਕੇਂਦਰ ਸਰਕਾਰ ਮਜਬੂਰ ਹੋ ਗਈ ਤੇ ਜਲਦੀ ਤੋਂ ਜਲਦੀ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਮਰੀਕਾ ਭੇਜ ਕੇ ਰਾਹੁਲ ਦੀ ਫੇਰੀ ਦਾ ਅਸਰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕੰਮ ਲਈ ਭਾਰਤ ਸਰਕਾਰ ਦੇ ਨੀਤੀਵਾਨਾਂ ਨੂੰ ਇੱਕ ਵੱਖਰੀ ਤਰ੍ਹਾਂ ਦੀ ਮਿਹਨਤ ਕਰਨੀ ਪਈ ਹੈ। ਨਤੀਜੇ ਵਜੋਂ ਹੁਣ ਭਾਜਪਾ ਵੱਲੋਂ ਆਪਣੇ ਨਾਰਾਜ਼ ਭਾਈਵਾਲਾਂ ਨੂੰ ਮਨਾਉਣ ਦੇ ਯਤਨ ਵੀ ਸ਼ੁਰੂ ਹੋ ਗਏ ਨੇ। ਗੱਠਜੋੜ ਸਾਡੇ ਦੇਸ਼ ਦੇ ਵਿੱਚ ਕਈ ਥਾਵਾਂ 'ਤੇ ਸਰਕਾਰਾਂ ਬਣਾਉਣ ਲਈ ਸੱਤਾਧਾਰੀ ਪਾਰਟੀ ਵੱਲੋਂ ਕੀਤਾ ਗਿਆ ਆ ਔਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਾਫੀ ਸੂਬੇ ਜਿਹੜੇ ਨੇ ਸਾਡੇ ਮੁਲਕ ਦੇ ਅਜਿਹੇ ਨੇ ਜਿੱਥੇ ਗੱਠਜੋੜ ਦੀਆਂ ਸਰਕਾਰਾਂ ਰਹੀਆਂ ਨੇ ਔਰ ਉੱਥੇ ਤਕਰੀਬਨ ਕਈਆਂ ਦਾ ਜਿਹੜਾ ਗੱਠਜੋੜ ਸੀ ਉਹ ਸੱਤਾਧਾਰੀ ਭਾਜਪਾ ਦੇ ਨਾਲ ਰਿਹਾ ਆ। ਤਾਂ ਇੱਕ ਹੋਰ ਹੁਣ ਜਿਹੜੀ ਗੱਲ ਤਾਜ਼ੀ ਹੋਈ ਆ ਉਹ ਇਹ ਹੈ ਕਿ ਕੇਂਦਰੀ ਮੰਤਰੀ ਰਾਜਨਾਥ ਸਿੰਘ ਜਿਹੜੇ ਨੇ ਉਹ ਚੰਡੀਗੜ੍ਹ ਵਿੱਚ ਆਏ ਨੇ, ਕਿਉਂਕਿ ਉਹ ਸਾਡੇ ਰੱਖਿਆ ਮੰਤਰੀ ਨੇ। ਤਾਂ ਉਹਨਾਂ ਨੇ ਉੱਥੇ ਇੱਕ ਗੱਲ ਕਹਿ ਦਿੱਤੀ ਆ ਕਿ ਅਸੀਂ ਆਪਣੇ ਪੁਰਾਣੇ ਭਾਈਵਾਲ ਅਕਾਲੀ ਦਲ ਨੂੰ ਅਜੇ ਵੀ ਪਿਆਰ ਕਰਦੇ ਹਾਂ। ਹੁਣ ਗੱਲ ਕਿੱਧਰ ਜਾਂਦੀ ਪਈ ਆ, ਯਾਨੀ ਕਿ ਅਸੀਂ ਵੇਖ ਸਕਦੇ ਹਾਂ ਕਿ ਵਿਰੋਧੀ ਲੀਡਰ ਜਿਹੜੇ ਨੇ ਉਹ ਇਕੱਠੇ ਹੋਣ ਦੀ ਤਿਆਰੀ ਵਿੱਚ। ਇੱਕ ਉਹ ਜਿਹੜਾ ਪਟਨਾ ਸਾਹਿਬ ਇਕੱਠ ਹੋਇਆ ਉਹ ਆ, ਤੇ ਦੂਜੇ ਪਾਸੇ ਹੁਣ ਭਾਜਪਾ ਨੂੰ ਭਾਦੀ ਬਣੀ ਹੈ ਕਿ ਕਿਸੇ ਤਰੀਕੇ ਸੱਤਾ ਦੇ ਉੱਤੇ ਅਗਲੇ ਆਉਣ ਵਾਲੇ ਸਮੇਂ ਵਿੱਚ ਵੀ ਕਾਇਮ ਰਿਹਾ ਜਾ ਸਕੇ। ਇਸ ਲਈ ਹੁਣ ਅਕਾਲੀਆਂ ਦੇ ਨਾਲ ਜਿਹੜੀ ਉਹ ਭਾਈਵਾਲੀ ਕਿਸਾਨ ਅੰਦੋਲਨ ਸਮੇਂ ਟੁੱਟੀ ਸੀਗੀ, ਹੁਣ ਉਸ ਭਾਈਵਾਲੀ ਨੂੰ ਦੁਬਾਰਾ ਗੰਢਣ ਦੇ ਰੌਂ ਦੇ ਵਿੱਚ ਆ। ਇਸ ਕਰਕੇ ਇਸ਼ਾਰਾ ਮਾਤਰ ਜਿਹੜਾ ਆ ਉਹ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰੀ ਦੇ ਕੇ ਚਲੇ ਗਏ ਨੇ। ਤੇ ਦੂਸਰੇ ਪਾਸੇ ਹੁਣ ਭਾਜਪਾ ਹੀ ਕੀ ਕਰਦੇ ਪਏ ਆ, ਉਹ ਆਪਣੇ ਜਿਹੜੇ ਸਾਂਝੀਦਾਰ ਰਹੇ ਨੇ, ਭਾਈਵਾਲ ਰਹੇ ਨੇ ਜਾਂ ਜਿਹੜੇ ਰੁੱਸੇ ਹੋਏ ਨੇ ਅੱਜ ਕੱਲ੍ਹ, ਉਹਨਾਂ ਨੂੰ ਮਨਾਉਣ ਦੀਆਂ ਅੰਦਰ ਖਾਤੇ ਕੋਸ਼ਿਸ਼ਾਂ ਚੱਲਦੀਆਂ ਪਈਆਂ ਆ ਤਾਂ ਕਿ ਫਿਰ ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਜਾਣ ਤਾਂ ਉਹਨਾਂ ਚੋਣਾਂ ਦੇ ਵਿੱਚ ਭਾਜਪਾ ਨੂੰ ਕੋਈ ਔਖਿਆਈ ਨਾ ਆਵੇ। ਕਿਉਂਕਿ ਭਾਈਵਾਲ ਪਾਰਟੀਆਂ ਜਿਹੜੀਆਂ ਨੇ ਹੁਣ ਸਾਡੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕਾਂਗਰਸ ਦਾ ਵੀ ਕੋਈ ਆਧਾਰ ਵਕਾਰ ਨਹੀਂ ਰਿਹਾ, ਅਕਾਲੀਆਂ ਦਾ ਊਂ ਸੂਪੜਾ ਸਾਫ਼ ਹੋ ਗਿਆ। ਜਿਹੜੇ 3 ਜਿੱਤੇ ਆ ਉਹ ਕਿਸੇ ਮਾਮਲੇ ਦੇ ਵਿੱਚ ਕਿਤੇ ਖੜੇ ਹੀ ਨਹੀਂ ਗਏ। ਇਸ ਕਰਕੇ ਪਾਰਟੀ ਦਾ ਜਿਹੜਾ ਵਕਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਵੇਲੇ ਸੀਗਾ ਉਹ ਸਿਫਰ 'ਤੇ ਪਹੁੰਚ ਗਿਆ ਆ। ਇਸ ਕਰਕੇ ਹੁਣ ਗੱਠਜੋੜ ਬਸਪਾ ਨਾਲ ਉਹਨਾਂ ਦਾ ਵੀ ਕੰਮ ਨਹੀਂ ਆਏਗਾ, ਤਾਂ ਹੁਣ ਉਹਨਾਂ ਨੂੰ ਲੋੜ ਹੈਗੀ ਆ ਇੱਕ ਇਹੋ ਜਿਹੇ ਮਜ਼ਬੂਤ ਸਹਾਰੇ ਦੀ। ਤੇ ਇਹ ਸਹਾਰਾ ਇਸ ਗੱਲ ਦੇ ਵਿੱਚ ਹੀ ਹੋ ਸਕਦਾ ਆ ਕਿ ਕੁੱਲ ਮਿਲਾ ਕੇ ਗੱਲਾਂ ਵਿੱਚ ਅਕਾਲੀ ਦਲ ਦੇ ਕਈ ਲੀਡਰ ਜਿਹੜੇ ਨੇ ਉਹ ਕਹਿ ਚੁੱਕੇ ਨੇ ਕਿ ਕੋਈ ਸਾਨੂੰ ਡਰ ਨਹੀਂ ਕਿ ਜੇ ਸਾਨੂੰ ਭਾਜਪਾ ਦੇ ਨਾਲ ਵੀ ਜਾਣਾ ਪਿਆ। ਇਸ਼ਾਰਾ ਮਾਤਰ ਬਹੁਤ ਵਾਰੀ ਉਹਨਾਂ ਨੇ ਦਿੱਤਾ ਆ, ਯਾਨੀ ਕਿ ਅੰਦਰ ਖਾਤੇ ਜੇ ਗੱਲ ਇਹ ਵੀ ਕਹਿ ਲਈ ਜਾਵੇ ਤੇ ਕਿ ਤਿਆਰੀਆਂ ਪੂਰੀਆਂ ਨੇ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਊਗੀ, ਤਿਆਰੀਆਂ ਹੈ ਨੇ। ਤੇ ਹੋ ਸਕਦਾ ਹੈ ਕਿ ਹੁਣ ਰਾਜਨਾਥ ਸਿੰਘ ਵੱਡੀ ਗੱਲ ਕਰ ਗਿਆ ਤੇ ਕਿਸੇ ਦਿਨ ਤੁਹਾਨੂੰ ਸਾਰਿਆਂ ਨੂੰ ਇਹ ਖਬਰ ਸੁਣਨੀ ਮਿਲੂਗੀ ਤੇ ਅਕਾਲੀ ਭਾਜਪਾ ਨੇ ਫਿਰ ਭਾਜਪਾ ਨਾਲ ਹੱਥ ਮਿਲਾਇਆ। ਇੱਦਾਂ ਹੀ ਹੋਊਗਾ ਨਾ। ਪਹਿਲਾਂ ਉਹ ਕਿਸਾਨ ਅੰਦੋਲਨ ਦੀਆਂ ਜਿਹੜੀਆਂ ਜੁੱਤੀਆਂ ਪੈਣੀਆਂ ਸੀ ਉਹ ਤੋਂ ਡਰਦਿਆਂ ਹੋਇਆਂ, ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਉਹ ਪੂਰਾ ਵਿਰੋਧ ਹੋਣਾ ਸੀਗਾ, ਇਸ ਕਰਕੇ ਡਰਦਿਆਂ ਨੇ ਉਹਨਾਂ ਨੇ ਜਿਹੜਾ ਸੀਗਾ ਫਟਾਫਟ ਜਿਹੜਾ ਗੱਠਜੋੜ ਸੀਗਾ ਉਹ ਤੋੜ ਦਿੱਤਾ ਸੀਗਾ। ਤਾਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਚੰਡੀਗੜ੍ਹ ਦੇ ਵਿੱਚ ਇਹ ਵੱਡੀ ਗੱਲ ਕਹਿ ਗਏ ਨੇ। ਇਸ ਵੱਡੀ ਗੱਲ ਨੂੰ ਹੁਣ ਆਉਣ ਵਾਲੇ ਭਵਿੱਖ ਦੀਆਂ ਚੋਣਾਂ ਦੇ ਲਈ ਸਮਝ ਲੈਣਾ ਚਾਹੀਦਾ ਆ ਕਿ ਕੁਝ ਦਿਨਾਂ ਦੇ ਵਿੱਚ ਕੋਈ ਇਹੋ ਜਿਹੀ ਕਾਰਵਾਈ ਹੋਣ ਵਾਲੀ ਹੈ। ਇਹਨਾਂ ਸਾਰੀਆਂ ਤਬਦੀਲੀਆਂ ਦੀ ਜਿਹੜੀ ਸ਼ੁਰੂਆਤ ਹੈ, ਜੇ ਆਪਾਂ ਉਹਦੀ ਗੱਲ ਕਰੀਏ ਨਾ, ਤੇ ਇਸ ਕਰਕੇ ਹੁਣ ਭਾਜਪਾ ਇੱਜ਼ਤ ਦੇ ਰਹੀ ਹੈ। ਤਾਂ ਹੁਣ ਇਹ ਸ਼ੁਰੂਆਤ ਤਬਦੀਲੀਆਂ ਦੀ ਹੋਈ ਕਿੱਥੋਂ? ਜਿਹੜੇ ਇਹ ਸਾਂਝੀਵਾਲਤਾ ਜਿਹੜੀ ਇਹ ਲੀਡਰ ਇਹ ਜਿਹੜੀਆਂ ਵੱਖ-ਵੱਖ ਪਾਰਟੀਆਂ ਉਹ ਵਿਖਾ ਰਹੀਆਂ ਨੇ, ਤਾਂ ਮੈਂ ਦੱਸਦੇ ਹਾਂ ਕਿ ਭਾਰਤ ਜੋੜੋ ਯਾਤਰਾ ਦੇ ਨਾਲ ਸ਼ੁਰੂ ਹੋਈ। ਜਦੋਂ ਰਾਹੁਲ ਗਾਂਧੀ ਨੇ
ਆਮ ਭਾਰਤੀ ਦੇ ਕਦਮ ਨਾਲ ਕਦਮ ਮਿਲਾਉਂਦੇ ਹੋਏ ਸਾਰੇ ਦੇਸ਼ ਵਿੱਚ ਪੈਦਲ ਯਾਤਰਾ ਕੀਤੀ ਤੇ ਆਮ ਆਦਮੀ ਦੀ ਗੱਲ ਸੁਣਨੀ ਸ਼ੁਰੂ ਕੀਤੀ। ਉਹਨਾਂ ਵੱਲੋਂ ਨਫ਼ਰਤ ਕੇ ਬਾਜ਼ਾਰ में ਮੁਹੱਬਤ की दुकान खोलने आया हूँ ਇਹ ਗੱਲ ਵਾਰ-ਵਾਰ ਕੀਤੀ ਗਈ ਸੀ, ਜਿੱਥੇ ਸਾਰੇ ਸਿਆਸਤਦਾਨ ਸਟੇਜਾਂ ਤੋਂ ਇੱਕ ਦੂਜੇ ਪ੍ਰਤੀ ਨਫ਼ਰਤ ਉਗਲਦੇ ਨੇ ਤੇ ਉੱਥੇ ਉਹਨਾਂ ਨੇ ਬੜੇ ਹੀ ਸ਼ਾਂਤ ਤਰੀਕੇ ਦੇ ਨਾਲ ਇਸ ਨਵੀਂ ਰਾਜਨੀਤੀ ਦੀ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਹੈ। ਇਸ ਸਫਲਤਾ ਪਿੱਛੋਂ ਹੁਣ ਰਾਹੁਲ ਗਾਂਧੀ ਨੂੰ ਆਪਣੀ ਮੁਹੱਬਤ ਦੀ ਦੁਕਾਨ ਨੂੰ ਉਹਨਾਂ ਲੋਕਾਂ ਵਾਸਤੇ ਵੀ ਖੋਲ੍ਹਣਾ ਪਊਗਾ ਜਿਹੜੇ ਆਰਐਸਐਸ ਨਾਲ ਜੁੜੇ ਹੋਏ ਆ। ਜੇ ਰਾਹੁਲ ਗਾਂਧੀ ਦੇਖਿਆ ਜਾਵੇ ਭਾਰਤ ਦੇ ਆਗੂ ਬਣਨਾ ਚਾਹੁੰਦੇ ਆ, ਹਾਲਾਂਕਿ ਹੁਣ ਤੱਕ ਤਾਂ ਅਜਿਹਾ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਅਜੇ ਤੱਕ ਕੋਈ ਵੱਡਾ ਅਹੁਦਾ ਮਿਲਿਆ ਨਹੀਂਗਾ। ਜਿਸ ਤਰੀਕੇ ਨਾਲ ਉਹਨਾਂ ਦੀ ਦਾਦੀ, ਜਿਸ ਤਰੀਕੇ ਨਾਲ ਉਹਨਾਂ ਦਾ ਪਿਓ ਇਸ ਦੇਸ਼ ਦੀ ਸੱਤਾ ਵਿੱਚ ਰਹੇ ਆ ਔਰ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਰਹੇ ਆ। ਹਾਲਾਂਕਿ ਪਾਰਟੀ ਕਾਂਗਰਸ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਹਜੇ ਵੀ ਪਰਿਵਾਰਵਾਦ ਦੇ ਦੁਆਲੇ ਘੁੰਮ ਰਹੀ ਆ। ਉਸ ਤੋਂ ਬਾਅਦ ਇਸ ਦਾ ਜਿਹੜਾ ਵੱਡਾ ਅਹੁਦਾ ਕਿਸੇ ਹੋਰ ਨੂੰ ਦਿੱਤਾ ਗਿਆ ਜਾਂ ਕਮਾਨ ਹੋਰ ਨੂੰ ਸੌਂਪੀ ਗਈ ਆ, ਇਹ ਹੋਇਆ ਨਹੀਂ। ਯਾਨੀ ਕਿ ਕਾਂਗਰਸ ਇੱਕ ਪਰਿਵਾਰਕ ਪਾਰਟੀ ਆ। ਇਹ ਗੱਲਾਂ ਵੀ ਹੁਣ ਸਾਹਮਣੇ ਉੱਠ ਕੇ ਆਈਆਂ ਸੀ ਪਿਛਲੇ ਦਿਨਾਂ ਦੇ ਵਿੱਚ। ਪਰ ਇਸ ਦੇ ਬਾਵਜੂਦ ਜੇ ਰਾਹੁਲ ਗਾਂਧੀ ਸੱਚਮੁੱਚ ਹੀ ਕੇਂਦਰੀ ਸੱਤਾ ਦੇ ਉੱਤੇ ਕਾਬਜ਼ ਹੋਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਖਾਸ ਤੌਰ 'ਤੇ ਜਿਹੜੇ ਭਾਜਪਾ ਦੇ ਵਿੱਚ ਆਰਐਸਐਸ ਆ, ਉਹਨਾਂ ਦੇ ਜਿਹੜੇ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਆ, ਉਹਨਾਂ ਦੇ ਵਾਸਤੇ ਵੀ ਮੁਹੱਬਤ ਦੀ ਦੁਕਾਨ ਜਿਹੜੀ ਆ ਉਹ ਖੋਲ੍ਹਣੀ ਪਊਗੀ। ਤਾਂ ਭਾਰਤ ਨੂੰ ਵਿਕਾਸ ਦੀ ਉਸ ਮੰਜ਼ਿਲ ਤੱਕ ਲੈ ਕੇ ਜਾਣਾ ਚਾਹੁੰਦੇ ਆ ਰਾਹੁਲ ਗਾਂਧੀ, ਜਿੱਥੇ ਇੱਕ ਆਮ ਭਾਰਤੀ ਵੀ ਗਰੀਬੀ ਤੋਂ ਉੱਪਰ ਉੱਠਣ ਦੀ ਸੋਚ ਸਕੇ। ਤਾਂ ਉਹਨਾਂ ਨੂੰ ਆਪਣੀ ਮੁਹੱਬਤ ਦੀ ਦੁਕਾਨ ਨੂੰ ਥੋੜ੍ਹਾ ਜਿਹਾ ਹੋਰ ਵੱਡਾ ਕਰਨਾ ਪਊਗਾ। ਉਸ ਦੀ ਸ਼ੁਰੂਆਤ ਲਈ ਉਹਨਾਂ ਨੂੰ ਆਪਣੇ ਉਹਨਾਂ ਲੋਕਾਂ ਦੇ ਨਾਲ ਗੱਲ ਕਰਨੀ ਪਊਗੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਜੇ ਪੂਰੀ ਤਰ੍ਹਾਂ ਧਰਮ ਨਿਰਪੱਖ ਨਹੀਂ ਹੈ। ਤਾਂ ਜਿਹੜੇ ਲੋਕ ਕਾਂਗਰਸ ਪਾਰਟੀ ਨੂੰ ਖਤਮ ਕਰਕੇ ਆਪਣੀ ਹੋਂਦ ਕਾਇਮ ਕਰਨ ਦੀ ਗੱਲ ਹੁਣ ਤੱਕ ਸੋਚਦੇ ਆਏ ਨੇ, ਜੇ ਵਿਰੋਧੀ ਲੀਡਰ ਇਕੱਠੇ ਹੁੰਦੇ ਨੇ ਤੇ ਉਹ ਨਾ ਸਿਰਫ ਰਾਜਾਂ ਦੇ ਅਧਿਕਾਰਾਂ ਦੀ ਗੱਲ ਕਰਨਗੇ, ਨਾ ਸਿਰਫ ਧਰਮ ਨਿਰਪੱਖ ਦੇਸ਼ ਦੀ ਗੱਲ ਕਰਨਗੇ, ਸਗੋਂ ਉਹ ਆਰਥਿਕ ਨੀਤੀਆਂ ਬਾਰੇ ਵੀ ਗੱਲ ਕਰਨਗੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜਿਸ ਨਾਲ ਆਮ ਆਦਮੀ ਭਾਰਤੀ ਦੇ ਮਨ ਦੇ ਵਿੱਚੋਂ ਰੋਟੀ ਕੱਪੜਾ ਤੇ ਮਕਾਨ ਲਈ ਜੱਦੋ ਜਹਿਦ ਕਰਨ ਦੀ ਚਿੰਤਾ ਖਤਮ ਹੋ ਸਕੇ। ਸਾਰੇ ਕੋਸ਼ਿਸ਼ ਤਾਂ ਕਰ ਰਹੇ ਨੇ ਤੇ ਖਾਸ ਗੱਲ ਇਹ ਹੈ ਕਿ ਭਾਜਪਾ ਦੇ ਰਾਜ ਦੇ ਵਿੱਚ ਅਸੀਂ ਇਹ ਦੇਖਿਆ ਹੈ ਕਿ ਅਧਿਕਾਰਾਂ ਦੀਆਂ ਜਿਹੜੀਆਂ ਗੱਲਾਂ ਸੀ, ਹੁਣ ਉਹ ਜਿਹੜੇ ਕੇਂਦਰ ਅਧਿਕਾਰ ਸੂਬਿਆਂ ਨੂੰ ਹੁੰਦੇ ਆ ਉਹਨਾਂ ਦੇ ਉੱਤੇ ਵਿੱਚ ਆਪਦੀ ਟੰਗ ਅੜਾ ਰਿਹਾ ਹੈ। ਦਿੱਲੀ ਦੇ ਮਾਮਲੇ 'ਚ ਅਸੀਂ ਦੇਖਿਆ ਆ, ਇੱਥੇ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਥਾਵਾਂ 'ਤੇ ਕੇਂਦਰ ਦੀ ਜਿਹੜੀ ਆ ਉਹ ਅੜਫਸ ਚੱਲਦੀ ਪਈ ਆ, ਕਿਉਂਕਿ ਹੁਣ ਰਾਜਪਾਲ ਇੱਥੇ ਜਿਹੜਾ ਇੱਕ ਗਵਰਨਿੰਗ ਬਾਡੀ ਹੈ ਜਿਹੜਾ ਬਿਠਾਇਆ ਹੁੰਦਾ ਆ ਉਸ ਅਹੁਦੇ ਦੇ ਉੱਤੇ ਕਿ ਉਹ ਸਰਕਾਰਾਂ ਨਾਲ ਮਿਲ ਕੇ ਸਹਿਮਤੀ ਨਾਲ ਚੱਲੇ, ਆਪਸੀ ਰਾਏ ਰੱਖਣ। ਇੱਥੇ ਮੁੱਖ ਮੰਤਰੀ ਤੋਂ ਬਾਅਦ ਪੰਜਾਬ ਦੇ ਵਿੱਚ ਅਸੀਂ ਸਥਿਤੀ ਦੇਖਦੇ ਹਾਂ ਕਿ ਰਾਜਪਾਲ ਵੀ ਉਸੇ ਤਰ੍ਹਾਂ ਹੀ ਹੁਕਮ ਔਰ ਸਾਰੀਆਂ ਗੱਲਾਂ ਲਾਗੂ ਕਰਦਾ ਜਿੱਥੇ ਕਿ ਸਹਿਮਤੀ ਹੋਣੀ ਚਾਹੀਦੀ ਮੁੱਖ ਮੰਤਰੀ ਨਾਲ। ਇੱਥੇ ਵੀ ਅੜਫਸ ਰਾਜਪਾਲ ਤੇ ਮੁੱਖ ਮੰਤਰੀ ਦੇ ਵਿਚਾਲੇ ਚੱਲਦੀ ਪਈ ਆ। ਉੱਧਰ ਪੱਛਮੀ ਬੰਗਾਲ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਮਮਤਾ ਬੈਨਰਜੀ ਦੀ ਸਰਕਾਰ ਆ, ਉੱਥੇ ਵੀ ਇਹੋ ਜਿਹਾ ਕੁਛ ਕੀਤਾ ਜਾ ਰਿਹਾ। ਅਤੇ ਇਸ ਤੋਂ ਇਲਾਵਾ ਜਿਹੜੀ ਨਿਰਪੱਖ ਹੋਣ ਵਾਲੀ ਗੱਲ ਭਾਜਪਾ ਨੂੰ ਕਰਨੀ ਚਾਹੀਦੀ ਸੀ ਉਹ ਨਿਰਪੱਖ ਨਹੀਂ, ਉੱਥੇ ਪੱਖਪਾਤ ਕੀਤਾ ਜਾ ਰਿਹਾ। ਉੱਥੇ ਫਿਰ ਉਹਨਾਂ ਪੁਰਾਤਨ ਰਵਾਇਤਾਂ ਨੂੰ ਲਾਗੂ ਕਰਨ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ, ਉਸੇ ਸਨਾਤਨਵਾਦ ਨੂੰ ਲਾਗੂ ਕਰਨ ਦੀਆਂ ਗੱਲਾਂ ਨੇ। ਹਾਲਾਂਕਿ ਵੀ ਆਰਐਸਐਸ ਦਾ ਤਾਂ ਏਜੰਡਾ ਹੀ ਹੁਣ ਤੱਕ ਇਹ ਰਿਹਾ ਅਤੇ ਭਾਜਪਾ ਆਰਐਸਐਸ ਦੇ ਇਸ਼ਾਰਿਆਂ ਉੱਤੇ ਹੀ ਸਾਰੀਆਂ ਪਾਰਟੀਆਂ ਕਹਿੰਦੀਆਂ ਆ ਰਹੀਆਂ ਨੇ, ਇਤਿਹਾਸ ਵੀ ਗਵਾਹ ਇਹਨਾਂ ਗੱਲਾਂ ਦਾ। ਤਾਂ ਵੱਡੀ ਗੱਲ ਇਹ ਹੈ ਕਿ ਜਦੋਂ ਇਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਉੱਤੇ ਜ਼ੁਲਮ ਹੋਏ ਆ ਤਾਂ ਜ਼ਾਹਿਰ ਹੈ ਕਿ ਕੁਛ ਕਹਿਣ ਦੀ ਲੋੜ ਨਹੀਂ ਕਿ ਜੋ ਕੁਛ ਹੋਇਆ ਉਸ ਦੇ ਵਿੱਚ ਕੇਂਦਰੀ ਸੱਤਾਧਾਰੀ ਭਾਜਪਾ ਦੇ ਬਾਰੇ ਵੀ ਪੂਰੀ ਦੁਨੀਆ 'ਚ ਚਰਚਾ ਹੋਈ ਹੈ। ਇਸ ਦੇ ਬਾਵਜੂਦ ਜੇ ਹੁਣ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ, ਫਿਰ ਕੁਛ ਨਵਾਂ ਬਦਲ ਕਰਨ ਦੀ ਕੋਸ਼ਿਸ਼ ਕਰਦੀਆਂ ਅਤੇ ਭਾਜਪਾ ਦੀ ਜਿਹੜੀ ਧੱਕੇਸ਼ਾਹੀ ਆ, ਕੇਂਦਰ ਸਰਕਾਰ ਦੀ ਜਿਹੜੀ ਧੱਕੇਸ਼ਾਹੀ ਆ, ਉਸ ਦੇ ਖਿਲਾਫ ਇਕਜੁੱਟ ਹੋ ਕੇ ਕੁਛ ਪ੍ਰਾਪਤੀ ਕਰਦੀਆਂ ਨੇ, ਤਾਂ ਕਹਿ ਸਕਦੇ ਹਾਂ ਕਿ ਕੁਛ ਸਾਰਥਕ ਨਤੀਜੇ ਜਿਹੜੇ ਨੇ ਉਹ ਆ ਸਕਦੇ ਨੇ। ਪਰ ਸਭ ਤੋਂ ਵੱਡੀ ਕੋਸ਼ਿਸ਼ ਅੱਜ
ਉਸ ਪਾਰਟੀ ਨੂੰ ਹੀ ਕਰਨੀ ਹੋਊਗੀ ਜੋ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਉਸ ਨੂੰ ਛੋਟੀਆਂ ਨਵੀਆਂ ਪਾਰਟੀਆਂ ਨੂੰ ਮੁਹੱਬਤ ਦੀ ਦੁਕਾਨ ਵਿੱਚ ਬੁਲਾਉਣਾ ਪਊਗਾ, ਇਕੱਠਿਆਂ ਕਰਨਾ ਪਊਗਾ। ਉਹ ਲੋਕ ਜਿਹੜੇ ਕਿਸੇ ਗਾਂਵ ਸੋਚ ਵਿੱਚ ਵਿਸ਼ਵਾਸ ਰੱਖਦੇ ਨੇ ਪਰ ਆਰਥਿਕ ਹਾਲਤ ਉਹਨਾਂ ਦੀ ਬਹੁਤ ਮਾੜੀ ਹੈ, ਉਹਨਾਂ ਵਾਸਤੇ ਵੀ ਮੁਹੱਬਤ ਦੀ ਦੁਕਾਨ ਜਿਹੜੀ ਆ ਉਹ ਖੋਲ੍ਹਣੀ ਪਊਗੀ। ਜਦੋਂ ਮੁਹੱਬਤ ਸਾਨੂੰ ਮਿਲ ਜਾਊਗੀ ਤਾਂ ਨਫ਼ਰਤ ਜਿਹੜੀ ਹੈ ਉਹ ਆਪਣੇ ਆਪ ਚਲੀ ਜਾਵੇਗੀ। ਇਸ ਵਾਸਤੇ ਸਭ ਤੋਂ ਪਹਿਲਾਂ ਖੁੱਲ੍ਹ ਦਿਲੀ ਕਾਂਗਰਸ ਨੂੰ ਹੀ ਵਿਖਾਉਣੀ ਪਊਗੀ। ਸੋ ਵੱਡੀ ਗੱਲ ਆ ਕਿ ਹੁਣ ਦੇਸ਼ ਵਿੱਚ ਕਾਂਗਰਸ ਹੀ ਵੱਡੀ ਪਾਰਟੀ ਆ, ਕਿਉਂਕਿ ਭਾਜਪਾ ਦੇ ਨਾਲ ਤਾਂ ਹੁਣ ਜਿਸ ਤਰੀਕੇ ਦਾ ਇਹ ਸੰਘਰਸ਼ ਸ਼ੁਰੂ ਹੋ ਗਿਆ ਆ 2024 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਰਕੇ, ਤੇ ਉਸ ਲਈ ਹੁਣ ਤੋਂ ਹੀ ਜਿਹੜੀਆਂ ਤਿਆਰੀਆਂ ਆ ਉਹ ਵੱਟਣੀਆਂ ਪੈਣੀਆਂ ਆ ਦੇਸ਼ ਦੀ ਪੁਰਾਣੀ ਪਾਰਟੀ ਨੂੰ, ਤਾਂ ਕੁਝ ਸਾਰਥਕ ਨਤੀਜੇ ਆ ਸਕਦੇ ਆ। ਨਹੀਂ ਤਾਂ ਫਿਰ ਹੁਣ ਮੀਟਿੰਗਾਂ ਜਿੰਨੀਆਂ ਮਰਜ਼ੀ ਕਰ ਲਓ ਹੋ ਰਹੀਆਂ ਹੁੰਦੀਆਂ ਰਹਿਣਗੀਆਂ, ਪਰ ਜਦੋਂ ਵਾਕਿਆ ਹੀ ਉਸ ਨੂੰ ਸਹੀ ਅਰਥਾਂ ਵਿੱਚ ਤੁਸੀਂ ਜਿਸ ਤਰੀਕੇ ਲਾਗੂ ਕਰਨਾ ਚਾਹੀਦਾ ਨਹੀਂ ਕਰੋਗੇ ਤਾਂ ਸਾਰੀ ਜਿਹੜੀ ਖੇਡ ਆ ਉਹ ਵਿਗੜ ਵੀ ਸਕਦੀ ਆ। ਬਿਹਤਰ ਇਹ ਆ ਕਿ ਵਾਕਿਆ ਹੀ ਜੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੀਆਂ ਪਾਰਟੀਆਂ ਕੋਸ਼ਿਸ਼ ਕਰ ਰਹੀਆਂ ਨੇ ਤੇ ਤਾਂ ਹੀ ਹੋ ਸਕਦਾ ਆ ਜੇ ਪੁਰਾਣੀ ਪਾਰਟੀ ਵੀ ਇਹਨਾਂ ਕੋਸ਼ਿਸ਼ਾਂ ਦੇ ਲਈ ਵਧੀਆ ਲੀਡਰਸ਼ਿਪ ਤੇ ਉਸੇ ਤਰ੍ਹਾਂ ਹੀ ਆਪਣੀ ਖੁੱਲ੍ਹ ਦੇ ਲਈ ਵਿਖਾਵੇ। ਹੁਣ ਪਾਕਿਸਤਾਨ ਦੀ ਗੱਲ ਕਰ ਲੈਂਦੇ ਆ। ਵਾਰ-ਵਾਰ ਅਸੀਂ ਜਿਹੜੇ ਮੁੱਦੇ ਤੁਹਾਡੇ ਸਾਹਮਣੇ ਲਿਆਉਂਦੇ ਆ ਉਹਦੇ ਵਿੱਚ ਪਾਕਿਸਤਾਨ ਦਾ ਜ਼ਿਕਰ ਅਸੀਂ ਪਹਿਲਾਂ ਵੀ ਕਈ ਵਾਰੀ ਕਰ ਚੁੱਕੇ ਹਾਂ। ਪਾਕਿਸਤਾਨ ਦੇ ਵਿੱਚ ਜਿੱਥੇ ਇੱਕ ਪਾਸੇ ਰੌਲਾ ਬਹੁਤ ਜ਼ਿਆਦਾ ਆਰਥਿਕਤਾ ਜਿਹੜੀ ਮੰਦੀ ਆ, ਭੁੱਖਮਰੀ ਦੀ ਹਾਲਤ ਬਣੀ ਪਈ ਆ, ਲੋਟੂ ਲੀਡਰਸ਼ਿਪ ਆ, ਉੱਥੇ ਹੀ ਹੁਣ ਇਹਨਾਂ ਦਿਨਾਂ ਵਿੱਚ ਇੱਕ ਚਰਚਾ ਛਿੜੀ ਹੈ ਕਿ ਪਾਕਿਸਤਾਨੀ ਹਕੂਮਤ ਵੱਲੋਂ ਜਿਹੜੀ ਆ ਉਹ ਪਾਬੰਦੀਆਂ ਆਇਦ ਕੀਤੀਆਂ ਗਈਆਂ ਨੇ ਜਿਹੜੇ ਘੱਟ ਗਿਣਤੀਆਂ ਦੇ ਤਿਉਹਾਰ ਨੇ, ਖਾਸ ਤੌਰ 'ਤੇ ਹੋਲੀ ਨੂੰ ਲੈ ਕੇ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ। ਔਰ ਗੱਲ ਕਹੀ ਗਈ ਹੈ ਕਿ ਇਸ ਤਰੀਕੇ ਨਾਲ ਇਸਲਾਮਿਕ ਮੁਲਕ ਦੀ ਸ਼ਾਖ ਨੂੰ ਖੋਰਾ ਲੱਗਦਾ ਆ। ਪਰ ਇਹ ਵੀ ਸੋਚੋ ਕਿ ਉਹਦੇ ਵਿੱਚ ਜਿਹੜਾ ਪੰਜਾਬ ਖਿੱਤਾ ਆ ਉਹ ਐਡਾ ਵੱਡਾ ਖਿੱਤਾ ਆ, ਉੱਥੇ ਸਦੀਆਂ ਤੋਂ ਹੀ ਲੋਕ ਜਿਹੜੇ ਸੀਗੇ ਹਿੰਦੂ ਮੁਸਲਮਾਨ ਸਿੱਖ ਜਿਹੜੇ ਸੀਗੇ ਉਹ ਰਲ ਮਿਲ ਕੇ ਰਹਿੰਦੇ ਸੀ ਔਰ ਉੱਥੇ ਸਾਂਝਾ ਕਲਚਰ ਆ। ਲਾਹੌਰ ਦੇ ਵਿੱਚ ਅੱਜ ਵੀ ਸਾਂਝਾ ਕਲਚਰ ਆ। ਉੱਥੋਂ ਦੇ ਲੋਕ ਅੱਜ ਵੀ ਦੀਵਾਲੀ ਮਨਾਉਂਦੇ ਆ, ਅੱਜ ਵੀ ਹੋਲੀ ਮਨਾਉਂਦੇ ਆ, ਅੱਜ ਵੀ ਲੋਹੜੀ ਮਨਾਈ ਜਾਂਦੀ ਹੈ, ਅੱਜ ਵੀ ਵਿਸਾਖੀ ਮਨਾਈ ਜਾਂਦੀ ਹੈ, ਤਿਉਹਾਰ ਮਨਾਏ ਜਾਂਦੇ ਆ। ਪਰ ਇਸ ਦੇ ਬਾਵਜੂਦ ਜੇ ਇਹਨਾਂ ਤਿਉਹਾਰਾਂ ਨੂੰ ਧਰਮਾਂ ਦੇ ਨਾਲ ਜੋੜ ਦਿਓਗੇ, ਜਿਹੜੇ ਕਿ ਪੰਜਾਬੀਅਤ ਦੇ ਜਿਹੜੇ ਨਾਲ ਸਰੋਕਾਰ ਰੱਖਣ ਵਾਲੇ ਲੋਕ ਆ ਉਹ ਤਾਂ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਹੀ ਨਹੀਂ ਕਰਦੇ, ਨਾ ਉਹ ਕੱਟੜਵਾਦ ਨੂੰ ਪ੍ਰਵਾਨ ਕਰਦੇ ਆ। ਪਰ ਹੁਣ ਆਪਣੇ ਆਪ ਨੂੰ ਇਸਲਾਮਿਕ ਦੇਸ਼ ਕਹਿਣ ਵਾਲਾ ਪਾਕਿਸਤਾਨ ਇਸ ਗੱਲ ਦੇ ਉੱਤੇ ਹੀ ਅੜ ਗਿਆ ਕਿ ਨਹੀਂ ਜੀ ਸਾਡੀ ਇਸਲਾਮਿਕ ਸ਼ਾਖ ਨੂੰ ਖੋਰਾ ਲੱਗਦਾ ਆ। ਤਾਂ ਪਾਕਿਸਤਾਨ ਵਿੱਚ ਹੋਲੀ ਖੇਡਣ 'ਤੇ ਜਿਹੜੀ ਪਾਬੰਦੀ ਆ ਉਹ ਲਗਾ ਦਿੱਤੀ ਗਈ ਆ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਕਾਇਦੇ ਆਜ਼ਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ 12 ਜੂਨ ਨੂੰ ਇਸੇ ਮਹੀਨੇ ਹੋਲੀ ਖੇਡੀ ਸੀ। ਉਹਨਾਂ ਇਕੱਠੇ ਹੋ ਕੇ ਇੱਕ ਦੂਜੇ ਉੱਤੇ ਰੰਗ ਸਿੱਟਿਆ, ਇੱਕ ਦੂਸਰੇ ਨੂੰ ਮਿਲੇ। ਇਹ ਮੇਲ ਮਿਲਾਪ ਤੇ ਮਨੁੱਖਤਾ ਦਾ ਜਸ਼ਨ ਸੀ। ਵਿਦਿਆਰਥੀਆਂ ਨੂੰ ਨੋਟਿਸ ਦਿੱਤਾ ਗਿਆ, ਸੁਣੋ ਹੁਣ ਗੱਲ। ਨੋਟਿਸ ਇਹ ਦਿੱਤਾ ਗਿਆ ਕਿ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਕੈਂਪਸ ਦੇ ਵਿੱਚ ਕੋਈ ਵੀ ਤਿਉਹਾਰ ਨਹੀਂ ਮਨਾਇਆ ਜਾ ਸਕਦਾ। ਵੇਖੋ ਸ਼ਬਦ ਕਿਵੇਂ ਖੜ ਜਾਂਦੇ ਆ, ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ। ਇੱਕ ਪਾਸੇ ਹੋਲੀ ਹੈ, ਰੰਗ ਹੈ, ਖੁਸ਼ੀਆਂ ਆ, ਮੇਲ ਮਿਲਾਪ ਹੈ, ਅਤੇ ਦੂਜੇ ਪਾਸੇ ਪ੍ਰਸ਼ਾਸਨ ਹੈ, ਮਨਜ਼ੂਰੀ, ਇਜਾਜ਼ਤ, ਤੇ ਫਿਰ ਆਉਂਦਾ ਹੈ ਮਨੁੱਖ ਨੂੰ ਅਣਮਨੁੱਖਤਾ ਵੱਲ ਧੱਕਣ ਵਾਲਾ ਸ਼ਬਦ। ਇੱਥੇ ਮੈਂ ਬਾਬੇ ਬੁੱਲੇ ਸ਼ਾਹ ਦੀ ਗੱਲ ਕਰ ਲੈਂਦਾ ਆ। ਬਾਬੇ ਬੁੱਲੇ ਸ਼ਾਹ ਨੇ ਕਿਹਾ ਸੀ, ਇਸ਼ਕ ਸ਼ਰਾਬ ਦੀ ਲਾਗੀ ਬਾਜੀ ਖੇਡਾਂ ਮੈਂ ਦਾਅ ਲਗਾ ਕੇ। ਇਹ ਗੱਲ ਬਾਬੇ ਬੁੱਲੇ ਸ਼ਾਹ ਨੇ ਕੀਤੀ ਸੀ। ਭਾਵੇਂ ਪ੍ਰੇਮ ਤੇ ਧਾਰਮਿਕ ਕਾਨੂੰਨ ਵਿਚਕਾਰ ਬਾਜੀ ਲੱਗੀ ਹੋਈ ਆ, ਪਰ ਮੈਂ ਵੀ ਦਾਅ ਲਗਾ ਕੇ ਖੇਡ ਰਿਹਾ ਹਾਂ। ਭਾਵ ਮੈਂ ਪ੍ਰੇਮ ਵਾਲੇ ਪਾਸੇ ਆ, ਕਾਨੂੰਨੀ ਪਾਬੰਦੀਆਂ ਵਾਲੇ ਪਾਸੇ ਨਹੀਂ। ਇਹ ਹਰ ਉਹ ਬੰਦਾ ਸੋਚਦਾ ਆ ਜਿਹੜਾ ਕੱਟੜਵਾਦ ਤੋਂ ਨਫ਼ਰਤ ਕਰਦਾ, ਚਾਹੇ ਉਹ ਉੱਧਰ ਹੋਵੇ ਤੇ ਚਾਹੇ ਉਹ ਸਾਡੇ ਮੁਲਕ ਦੇ ਵਿੱਚ ਹੋਵੇ। ਹੋਰ ਹੋਲੀ ਖੇਡੂੰਗੀ ਕਹਿ ਬਿਸਮਿਲ੍ਲਾ, ਭਾਵ ਮੈਂ ਅੱਲਾ ਦਾ ਨਾਮ ਲੈ ਕੇ ਹੋਲੀ ਖੇਡਾਂਗੀ। ਬਾਬਾ ਬੁੱਲੇ ਸ਼ਾਹ ਨੇ ਉਚਾਰਿਆ ਇਹ ਸ਼ਬਦ, ਉਹਨਾਂ ਨੇ ਕਹੇ ਸੀ। ਤੇ ਨਾਲ ਹੀ ਉਹ ਕਹਿੰਦੇ ਨੇ, ਨਾਮ ਨਬੀ ਕੀ ਰਤਨ ਚੜੀ ਬੂੰਦ ਪੜੀ ਇਲੱਲਾ, ਰੰਗ ਰੰਗੀਲੀ ਉਹ ਖਿਲਾਵੇ ਜੋ ਸਿੱਖੀ ਹੋਵੇ ਫਣਾ ਛਿੱਲਾ। ਭਾਵ ਕੀ ਆਉਂਦਾ ਹੈ, ਮੈਂ ਜ਼ਰਾ ਉਹ ਦੱਸਦੇ ਹਾਂ ਕਿ ਮੈਂ ਨਬੀ ਪੈਗੰਬਰ ਹਜ਼ਰਤ ਮੁਹੰਮਦ ਦੇ ਨਾਂ ਦਾ ਰਤਨ ਪਹਿਨਿਆ ਹੋਇਆ ਹੈ ਅਤੇ ਇਹ ਕਥਨ ਅੱਲਾ ਤੋਂ ਸਿਵਾ ਕੋਈ ਨਹੀਂ ਦੀ ਸਮਝ ਦੀ ਬੂੰਦ ਮੇਰੇ ਮਨ ਦੇ ਵਿੱਚ ਪਈ ਹੈ।
ਤੇ ਦੁਨੀਆ ਦੀ ਰੰਗ ਰੰਗੀਲੀ ਖੇਡ ਉਹੀ ਪ੍ਰਮਾਤਮਾ ਆ, ਉਹ ਖਿਡਾ ਰਿਹਾ ਆ ਅਤੇ ਉਸ ਵਿੱਚ ਜਿਹੜਾ ਆ ਸਮਾਜ ਜਾਣ ਦਾ ਸਬਕ, ਯਾਨੀ ਕਿ ਫਨਾਹ ਹੋ ਜਾਣ ਦਾ ਸਬਕ ਇਸੇ ਖੇਡ ਤੋਂ ਹੀ ਸਿੱਖਿਆ ਜਾਂਦਾ ਆ। ਇਸ ਕਾਫੀ ਦੇ ਅਖੀਰ ਵਿੱਚ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ, ਸਿਬਗਤ ਉੱਲਾ ਕੀ ਭਰੀ ਪਿਚਕਾਰੀ ਅਲ ਹਉ ਸਮਦ ਪੀ ਮੂੰਹ ਪਰ ਮਾਰੀ। ਭਾਵ ਇਹ ਹੈ ਕਿ ਪਰਮਾਤਮਾ ਦੇ ਰੰਗ ਨਾਲ ਭਰੀ ਪਿਚਕਾਰੀ ਹਮੇਸ਼ਾ ਰਹਿਣ ਵਾਲੇ ਪਰਮਾਤਮਾ ਦੇ ਮੂੰਹ ਤੇ ਹੀ ਬਖੇਰੀ ਗਈ ਹੈ। ਤੇ ਬੁੱਲੇ ਸ਼ਾਹ ਹੋਲੀ ਖੇਡ ਰਹੇ। ਔਰ ਸੋਚੋ, ਬਾਬਾ ਬੁੱਲੇ ਸ਼ਾਹ ਨੂੰ ਪਾਕਿਸਤਾਨ ਦੇ ਵਿੱਚ ਕਿਹੜੇ ਮਜ਼ਾਰਾਂ, ਸੂਫੀਆਂ ਦੀਆਂ ਕਬਰਾਂ, ਦਰਗਾਹਾਂ ਦੇ ਉੱਤੇ ਗਾਇਆ ਜਾਂਦਾ, ਉਹਦੇ ਸੂਫੀ ਕਲਾਮ ਨੂੰ ਗਾਇਆ ਜਾਂਦਾ। ਉਹ ਤਾਂ ਰੱਬ ਦੀ ਉਸਤਤ ਕਰਨ ਵਾਲਾ ਸੀ। ਬਾਬਾ ਸਾਈਂ ਜਿਹੜਾ ਸੀਗਾ ਉਹ ਫੱਕਰ ਸਾਈਂ ਸੀਗਾ, ਉਹ ਸੂਫੀ ਫਕੀਰ ਸੀਗਾ, ਸੂਫੀ ਸ਼ਾਇਰ ਸੀਗਾ। ਉਹਨੇ ਏਡੀਆਂ ਵੱਡੀਆਂ ਗੱਲਾਂ ਉਸ ਅੱਲਾ ਦੀ ਜ਼ਾਤ ਨਾਲ ਜੁੜਨ ਲਈ ਕਹਿ ਦਿੱਤੀਆਂ ਨੇ। ਤੇ ਇਹ ਕੱਟੜਵਾਦੀ ਕਿਹੜੇ ਪਾਸੇ ਤੁਰ ਪਏ ਨੇ। ਮਨੁੱਖੀ ਮਨ ਦੋਸਤੋ ਬੜਾ ਜਟਲ ਹੈ। ਪੰਜਾਬੀ ਸ਼ਾਇਰ ਹਰਿੰਦਰ ਸਿੰਘ ਮਹਿਬੂਬ ਦਾ ਕਥਨ ਹੈ ਕਿ ਮੈਂ ਸ਼ਬਦ ਸ਼ਰ੍ਹਾ ਦਾ ਯਾਦ ਕਰਾਂ ਪਈ ਵਿਹੜੇ ਪਵੇ ਧਮਾਲ ਮੇਰੇ। ਭਾਵ ਮੈਂ ਸਬਕ ਦਾ ਧਾਰਮਿਕ ਕਾਨੂੰਨ ਤਾਂ ਪੜ੍ਹ ਰਿਹਾ ਹਾਂ, ਪਰ ਮੇਰੇ ਵਿਹੜੇ ਇਹ ਢੋਲ ਵੱਜ ਰਿਹਾ, ਨਾਚ ਗਾਣਾ ਹੋ ਰਿਹਾ। ਤੇ 20 ਜੂਨ ਨੂੰ ਪਾਕਿਸਤਾਨ ਦੀ ਉਚੇਰੀ ਸਿੱਖਿਆ ਕਮਿਸ਼ਨ ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਹੋਲੀ ਸਮੇਤ ਗੈਰ ਇਸਲਾਮੀ ਤਿਉਹਾਰਾਂ ਤੇ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਨੇ ਤੇ ਕਿਹਾ ਆ ਕਿ ਅਜਿਹੀਆਂ ਕਾਰਵਾਈਆਂ ਸਾਡੇ ਮੁਲਕ ਪਾਕਿਸਤਾਨ ਦੀਆਂ ਸਮਾਜਿਕ ਤੇ ਸੱਭਿਆਚਾਰ ਕਦਰਾਂ ਕੀਮਤਾਂ ਨੂੰ ਅਣਗੌਲੀਆਂ ਕਰਦੀਆਂ ਨੇ ਤੇ ਮੁਲਕ ਦੀ ਇਸਲਾਮਿਕ ਪਛਾਣ ਨੂੰ ਖੋਰਾ ਲਾਉਂਦੀਆਂ ਨੇ। ਪਰ ਇਸ ਆਦੇਸ਼ ਵਿੱਚ ਸ਼ਬਦ ਜਿਹੜਾ ਇਸਲਾਮੀ ਹੈ, ਇਹ ਜਿਹੜੀ ਇਸਲਾਮੀ ਪਛਾਣ ਆ, ਇਹ ਗੌਰ ਕਰਨ ਵਾਲੇ ਆ ਕਿ ਇਹਨਾਂ ਸ਼ਬਦਾਂ ਨੂੰ ਵਰਤ ਕੇ ਮੁਲਾਣਿਆਂ, ਪਾਕਿਸਤਾਨੀ ਫੌਜ ਤੇ ਕੱਟੜਪੰਥੀ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਨੇ ਪਾਕਿਸਤਾਨ ਦੇ ਵਿੱਚ ਕਿੰਨੇ ਜ਼ੁਲਮ ਢਾਏ ਆ। ਇਸੇ ਬਣਾ ਦੇ ਉੱਤੇ ਜੇ ਗੱਲ ਆਪਾਂ ਇਤਿਹਾਸਕ ਪੰਨੇ ਫਰੋੜ ਲਈਏ ਤਾਂ 60-70 ਵਿੱਚ ਪੂਰਬੀ ਪਾਕਿਸਤਾਨ ਵਿੱਚ ਕਤਲੇਆਮ ਹੋਇਆ ਤੇ ਲੋਕਾਂ ਨੂੰ ਦਬਾਇਆ ਗਿਆ। ਇਸ ਵਿਰੁੱਧ ਉੱਠੀ ਲਹਿਰ ਨੇ ਬੰਗਲਾਦੇਸ਼ ਨੂੰ ਜਨਮ ਦਿੱਤਾ। ਅਜਿਹੀ ਸੋਚ ਕਾਰਨ ਹੀ ਪਾਕਿਸਤਾਨ ਵਿੱਚ ਹਿੰਦੂ, ਸਿੱਖ, ਈਸਾਈ, ਅਹਿਮਦੀਆ ਤੇ ਸ਼ੀਆ ਭਾਈਚਾਰਿਆਂ ਦੇ ਲੋਕਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ। ਅਹਿਮਦੀਆ ਫਿਰਕੇ ਨੂੰ ਗੈਰ ਮੁਸਲਿਮ ਕਰਾਰ ਦਿੱਤਾ ਗਿਆ। ਸ਼ੀਆ ਭਾਈਚਾਰੇ ਦੀਆਂ ਮਸਜਿਦਾਂ ਜਿਹੜੀਆਂ ਸੀ ਉਹਨਾਂ ਤੇ ਜਾਂ ਉਹਨਾਂ ਦੇ ਜਿਹੜੇ ਹੋਰ ਇਕੱਠ ਸੀ ਉਸ ਤੇ ਬੰਬ ਸੁੱਟੇ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਹਜ਼ਾਰਾਂ ਨੌਜਵਾਨਾਂ ਨੂੰ ਦਹਿਸ਼ਤਗਰਦ ਬਣਾ ਕੇ ਮੌਤ ਦੇ ਮੂੰਹ ਵਿੱਚ ਧੱਕਿਆ ਗਿਆ। ਇਹ ਜਿਹੜੀ ਪਾਬੰਦੀ ਲਗਾਈ ਗਈ ਨਾ, ਪਾਬੰਦੀ ਲਗਾਉਣ ਦੇ ਇਸ ਆਦੇਸ਼ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਹੋਇਆ। ਪਾਕਿਸਤਾਨ ਸਰਕਾਰ ਦੇ ਕਹਿਣ ਉੱਤੇ ਉਚੇਰੀ ਸਿੱਖਿਆ ਕਮਿਸ਼ਨ ਨੂੰ ਇਹ ਜਿਹੜਾ ਆਦੇਸ਼ ਸੀਗਾ ਇਹ ਵਾਪਸ ਲੈਣਾ ਪਿਆ। ਬਹੁਤ ਦੇਰ ਬਾਅਦ ਪਾਕਿਸਤਾਨ 'ਚੋਂ ਅਜਿਹੀ ਖਬਰ ਆਈ ਹੈ ਜਿਸ ਵਿੱਚ ਧਾਰਮਿਕ ਸਹਿਣਸ਼ੀਲਤਾ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਮੇਲ ਮਿਲਾਪ ਦੀ ਹਮਾਇਤ ਕਰਨ ਵਾਲੇ ਲੋਕਾਂ ਦੀ ਜਿੱਤ ਹੋਈ ਹੈ। ਇਸ ਜਿੱਤ ਦੀ ਖੁਸ਼ੀ ਥੋੜ੍ਹੀ ਧਿਆਨ ਨਾਲ ਮਨਾਉਣੀ ਚਾਹੀਦੀ ਹੈ ਕਿਉਂਕਿ ਧਾਰਮਿਕ ਕੱਟੜਤਾ ਦੇ ਹਾਮੀ ਦੇਰ ਸਵੇਰ ਤੇ ਦੂਰ ਤੱਕ ਮਾਰ ਕਰਨ ਦੀ ਸਮਰੱਥਾ ਰੱਖਦੇ ਨੇ। ਇਸ ਦੇ ਬਾਵਜੂਦ ਇਹ ਨੌਜਵਾਨਾਂ ਤੇ ਜਮਹੂਰੀ ਤਾਕਤਾਂ ਦੀ ਜਿੱਤ ਹੋਈ ਆ। ਲਾ ਲਓ ਤੁਸੀਂ ਪਾਬੰਦੀਆਂ, ਲੋਕ ਚਾਹੁੰਦੇ ਨਹੀਂ। ਹੁਣ ਤਾਂ ਅਸੀਂ ਭਾਰਤ ਪਾਕਿਸਤਾਨ ਦੇ ਲੋਕ ਆਪਸ ਵਿੱਚ ਮਿਲਣਾ ਚਾਹੁੰਦੇ ਆ। ਹੁਣ ਸੋਸ਼ਲ ਮੀਡੀਆ ਦਾ ਦੌਰ ਹੈ, ਮੀਡੀਆ ਉੱਤੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ, ਉਹ ਲੋਕ ਨਹੀਂ ਚਾਹੁੰਦੇ। ਨਫ਼ਰਤਾਂ ਖਤਮ ਹੋਣੀਆਂ ਚਾਹੀਦੀਆਂ। ਪੂਰੀ ਦੁਨੀਆ ਦੇ ਮੁਲਕ ਸੁਧਰ ਗਿਆ, ਸਾਡੀਆਂ ਆਪਸੀ ਵਿੱਚ ਜਿਹੜੀਆਂ ਨਫ਼ਰਤਾਂ ਹੀ ਨਹੀਂ ਖਤਮ ਹੁੰਦੀਆਂ ਪਈਆਂ। ਇਸ ਦੇ ਉੱਤੇ ਕਦੇ ਪਾਕਿਸਤਾਨ ਨੇ ਗੌਰ ਨਹੀਂ ਕੀਤਾ, ਕਦੇ ਸਾਡੇ ਵਾਲਿਆਂ ਨੇ ਗੌਰ ਨਹੀਂ ਕੀਤੀ। ਹੁਣ ਇਸ ਦੇ ਉੱਤੇ ਧਿਆਨ ਦਿੰਦੇ ਹਾਂ ਕਿ ਇਹ ਜਿਹੜੀ ਜਿੱਤ ਹੈ ਇਹ ਹੋਲੀ ਦੇ ਰੂਪ ਵਿੱਚ ਪ੍ਰਗਟ ਹੋਈ। ਕਿਵੇਂ ਹੋਈ ਆ? ਇਸ ਦਾ ਕਾਰਨ ਇਹ ਹੈ ਕਿ ਇਹ ਬਹੁਤ ਸਾਰੇ ਤਿਉਹਾਰ ਆਪਣੀ ਧਾਰਮਿਕ ਪਛਾਣਾਂ ਤੋਂ ਆਜ਼ਾਦ ਹੋ ਕੇ ਆਪੋ ਆਪਣੇ ਸੱਭਿਆਚਾਰ ਦਾ ਹਿੱਸਾ ਬਣ ਜਾਂਦੇ ਆ। ਹੁਣ ਇੱਥੇ ਗੱਲ ਕਰ ਦਿੰਦੇ ਹਾਂ ਹੋਲੀ, ਦੀਵਾਲੀ, ਬਸੰਤ, ਨਾਗ ਪੂਜਾ, ਪਾਣੀ ਪੂਜਾ ਆਦਿ ਅਜਿਹੇ ਤਿਉਹਾਰ ਨੇ। ਨਾਗ ਪੂਜਾ ਮੁਸਲਮਾਨ ਭਾਈਚਾਰੇ ਦੇ ਵਿੱਚ ਗੁੱਗੇ ਪੀਰ ਦੀ ਪੂਜਾ ਬਣ ਗਈ ਤੇ ਪਾਣੀ ਪੂਜਾ ਲਈ ਮੁਸਲਮਾਨ ਲੋਕਾਂ ਦੇ ਮਨ ਦੇ ਵਿੱਚ ਖਵਾਜਾ ਖਿਜ਼ਰ ਪੈਦਾ ਹੋਇਆ। ਇਤਿਹਾਸਕਾਰ ਡੀ ਕੋਸੰਬੀ ਅਨੁਸਾਰ ਹੋਲੀ ਇਸ ਖਿੱਤੇ ਦੇ ਲੋਕਾਂ ਦਾ ਬਹੁਤ ਪੁਰਾਣਾ ਤਿਉਹਾਰ ਹੈ, ਧਰਮਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਾ। ਇਹ ਲੋਕਾਂ ਦੇ ਇਕੱਠਾਂ ਦੇ ਇੱਕ ਸਮੂਹਿਕ ਖੁਸ਼ੀ ਦੇ ਵਿੱਚ ਮਨਾਉਣ ਦਾ ਤਿਉਹਾਰ ਹੈ ਜਿਸ ਵਿੱਚ ਹਿੰਦੂ ਧਰਮ ਨਾਲ ਸੰਬੰਧਿਤ ਮਿੱਥਾਂ ਜੁੜ ਗਈਆਂ। ਮੁਸਲਿਮ ਭਾਈਚਾਰੇ ਦੇ ਬਹੁਤ ਸਾਰੇ ਵਿਦਵਾਨਾਂ ਤੇ ਚਿੰਤਕਾਂ ਦੀ ਗੱਲ ਕਰੀਏ ਨਾ ਤੇ ਇਸ ਨੂੰ
ਉਹਨਾਂ ਨੇ ਇਸੇ ਰੂਪ ਵਿੱਚ ਸਮਝਿਆ ਤੇ ਆਪਣੀਆਂ ਰਚਨਾਵਾਂ ਵਿੱਚ ਇਸ ਨੂੰ ਮਨੁੱਖੀ ਬਰਾਬਰੀ, ਮੇਲ ਮਿਲਾਪ ਤੇ ਸਮੂਹਕ ਖੁਸ਼ੀਆਂ ਦੇ ਤਿਉਹਾਰ ਵਜੋਂ ਉਹਨਾਂ ਚਿਤਵਿਆ ਹੈ। 19ਵੀਂ ਸਦੀ ਦੇ ਸੂਫੀ ਸ਼ਾਇਰ ਮੀਰਾ ਸ਼ਾਹ ਜਲੰਧਰੀ ਕਹਿੰਦੇ ਨੇ ਕਿ ਤੁਮ ਸੁਣਿਓ ਸਖੀ ਘਰ ਸ਼ਾਮ ਨਾ ਆਏ, ਕੈਸੇ ਫਾਗ ਮੈਂ ਹੋਰ ਖੇਲੂੰਗੀ। ਭਾਵ ਸੁਣ ਸਖੀ, ਸ਼ਾਮ ਭਗਵਾਨ ਕ੍ਰਿਸ਼ਨ ਮੇਰੇ ਘਰ ਨਹੀਂ ਆਏ ਤੇ ਮੈਂ ਫੱਗਣ ਵਿੱਚ ਹੋਲੀ ਕਿਵੇਂ ਖੇਡਾਂਗੀ। ਤੇ ਫਿਰ ਕਹਿੰਦੇ ਨੇ ਚੱਲ ਮੀਰਾ ਸ਼ਾਹ ਦਰ ਸਾਬਰ ਕੇ, ਹੋਰ ਵਹਾਂ ਖੇਲ ਜਹਾਂ ਸ਼ਾਮ ਮਿਲੇ ਔਰ ਸਭੀ ਰੰਗ ਬਣਾ ਛੜਕਾਉਂਗੀ। ਭਾਵ ਮੀਰਾ ਸ਼ਾਹ ਚੱਲ ਆਪਣੇ ਗੁਰੂ ਅਲੀ ਅਹਿਮਦ ਸ਼ਾਬਰ ਸ਼ੇਖ ਫਰੀਦ ਦੇ ਜਿਹੜੇ ਜਵਾਈ ਸਨ, ਜਿਨ੍ਹਾਂ ਨੇ ਸ਼ਾਬਰੀ ਚਿਸ਼ਤੀ ਸ਼ਾਬਰੀ ਸੂਫੀ ਸਿਲਸਿਲੇ ਦੀ ਨੀਂਹ ਰੱਖੀ ਸੀ, ਤੇ ਦਰ 'ਤੇ ਚੱਲੀਏ, ਯਾਨੀ ਕਿ ਸ਼ਾਮ ਭਗਵਾਨ ਕ੍ਰਿਸ਼ਨ ਪਰਮਾਤਮਾ ਉੱਥੇ ਮਿਲਣਗੇ, ਮੈਂ ਸਾਰੇ ਰੰਗ ਮਿਲਾ ਕੇ ਹੋਲੀ ਖੇਡਾਂਗੀ। ਇਹ ਸਨ ਸਾਡੇ ਵੱਡ ਵਡੇਰੇ ਚਿੰਤਕ ਸ਼ਾਇਰ ਜਿਹੜੇ ਸੀਗੇ, ਜਿਨ੍ਹਾਂ ਦੀ ਸੋਚ ਵਿੱਚ ਅੱਲਾ, ਭਗਵਾਨ ਕ੍ਰਿਸ਼ਨ, ਸ਼ੇਖ ਫਰੀਦ, ਹੋਲੀ ਸਭ ਇੱਕਮਿਕ ਹੋ ਕੇ ਉਸ ਪਰਮਾਤਮਾ ਲੁਕਾਈ ਦੀ ਗੱਲ ਕਰਦੇ ਨੇ ਤੇ ਲੁਕਾਈ ਪਰਮਾਤਮਾ ਦੀ ਗੱਲ ਕਰਦੇ ਨੇ। ਮੀਰਾ ਸ਼ਾਹ ਦੀ ਮੌਤ ਜਿਹੜੀ ਹੈ 1914 ਦੇ ਵਿੱਚ ਹੋਈ ਸੀ ਤੇ ਉਹਨਾਂ ਦਾ ਇਕੱਠੇ ਹੋਲੀ ਖੇਡਣ ਵਾਲਾ ਪੰਜਾਬ ਜਿਹੜਾ ਸੀ ਉਹ ਵੰਡ ਦਿੱਤਾ ਗਿਆ ਸੀ, ਕਿਉਂਕਿ ਉਹ 1933 'ਚ ਇਸ ਦੁਨੀਆ ਤੋਂ ਚਲੇ ਗਏ ਸੀਗੇ। ਤਾਂ ਪਾਬੰਦੀਆਂ ਲਗਾਉਣ ਵਾਲਿਆਂ ਦਾ ਮੀਰਾ ਸ਼ਾਹ ਜਲੰਧਰੀ ਨਾਲ ਕੀ ਵਾਸਤਾ ਆ, ਉਹਨਾਂ ਦਾ ਕੀ ਵਾਸਤਾ 19ਵੀਂ ਸਦੀ ਦੀ ਪੰਜਾਬੀ ਸ਼ਾਇਰਾ ਪੀਰੋ ਦੇ ਨਾਲ। ਇੱਕ ਦਲਿਤ ਮੁਸਲਮਾਨ ਕੁੜੀ ਜੋ ਪੜ੍ਹੀ ਲਿਖੀ ਵਿਦਵਾਨ ਬਣੀ, ਲਾਹੌਰ ਦੇ ਵਿੱਚ ਰੁਲੀ ਤੇ ਫਿਰ ਗੁਲਾਬਦਾਸੀ ਸੰਪਰਦਾ ਦੇ ਬਾਨੀ ਸੰਤ ਗੁਲਾਬਦਾਸ ਦੀ ਚੇਲੀ ਤੇ ਸ਼ਾਇਰਾ ਬਣੀ, ਜਿਸ ਨੇ ਸਾਰੇ ਪੰਜਾਬੀਆਂ ਨੂੰ ਹੋਲੀ ਖੇਡਦਿਆਂ ਆਪਣੀਆਂ ਜਿਹੜੀਆਂ ਲਿਖਤਾਂ ਨੇ ਉਹਦੇ ਵਿੱਚ ਦਰਸਾਇਆ। ਹੋਰੀ ਖੇਲੇ ਦਾਸ ਗੁਲਾਬ, ਹੋਰੀ ਗੁਰਦਾਰ ਭਈ ਅਜਾਬ, ਚਲੋ ਸਖੀ ਮਿਲ ਖੇਲੇ ਹੋਰੀ, ਹੋਰੀ ਖੇਲੇ ਸਰਬ ਪੰਜਾਬ। ਹੁਣ ਸੰਤ ਗੁਲਾਬਦਾਸ ਨੇ ਪੀਰੋ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਇਲਾਹੀ ਬਖਸ਼ ਨਾਲ ਟੱਕਰ ਲਈ ਤੇ ਲਾਹੌਰ ਛੱਡ ਕੇ ਕਸੂਰ ਨੇੜੇ ਚੱਠਿਆਂ ਵਾਲੀ ਵਿੱਚ ਟਿਕਾਣਾ ਕੀਤਾ। ਪੀਰੋ ਲਿਖਦੀ ਹੈ ਕਿ ਚੱਠੇ ਨਗਰ ਵਿੱਚ ਖੇਲ ਖਿਲਾਰੀ, ਚਲੋ ਸਖੀ ਮਿਲ ਪੀਆ ਪਿਆਰੀ, ਸੰਤ ਅਬੀਰ ਗੁਲਾਲ ਉਡਾਵਤ ਖੇਲਤ ਹੋਰੀ ਆਪ ਮੁਰਾਰੀ। ਤਾਂ ਦਲਿਤ ਜਿਹੜੀ ਮੁਸਲਮਾਨ ਕੁੜੀ ਦੇ ਮਨ ਦੇ ਵਿੱਚ ਸੰਤ ਗੁਲਾਬਦਾਸ ਤੇ ਮੁਰਾਰੀ ਯਾਨੀ ਕਿ ਭਗਵਾਨ ਕ੍ਰਿਸ਼ਨ ਇੱਕ ਹੋ ਗਏ ਸਨ ਤੇ ਚੱਠੇ ਨਗਰ ਦੇ ਵਿੱਚ ਰੰਗ ਲੱਗਿਆ ਸੀ ਤੇ ਪੀਰੋ ਨੇ ਲਿਖਿਆ ਆ, ਆਜ ਰੰਗ ਹੈ ਚੱਠੇ ਨਗਰ ਮੇਂ, ਚਲੋ ਸਖੀ ਮਿਲ ਦਰਸ਼ਨ ਕਰੋਰੀ, ਭਰੇ ਪਿਚਕਾਰੀ ਕੇਸਰ ਡਾਰੀ, ਰੰਗ ਗਈ ਚੁਨਰੀ ਕੋਰੀ। ਤੇ ਪੀਰੋ ਤੇ ਗੁਲਾਬਦਾਸ ਦੀ ਜਿਹੜੀ ਨਾਟਕ ਸ਼ਾਇਰੀ ਆ ਉਸ ਦੇ ਵਿੱਚ ਵੀ ਇਉਂ ਚਿਤਵਿਆ ਹੋਇਆ ਆ। ਹੁਣ ਗੱਲ ਆਉਂਦੀ ਹੈ ਕਿ ਪਾਬੰਦੀਆਂ ਲਗਾਉਣ ਵਾਲੇ ਬੁੱਲੇ ਸ਼ਾਹ, ਮੀਰਾ ਸ਼ਾਹ ਜਲੰਧਰੀ ਤੇ ਪੀਰੋ ਦੇ ਨਾਲ ਸ਼ਾਹ ਸ਼ਰਫ ਦੇ ਉੱਤੇ ਵੀ ਪਾਬੰਦੀ ਲਗਾ ਸਕਦੇ ਨੇ। 15ਵੀਂ 16ਵੀਂ ਸਦੀ ਦੀ ਗੱਲ ਕਰੀਏ ਨਾ ਤਾਂ ਉਸ ਜ਼ਮਾਨੇ ਵਿੱਚ ਇੱਕ ਸ਼ਾਹ ਸ਼ਰਫ ਹੋਏ ਆ, ਉਹਨਾਂ ਨੇ ਲਿਖਿਆ ਸੀ ਕਿ ਹੋਰੀ ਆਈ ਫਾਗ ਸੁਹਾਈ, ਬਿਰਹੋ ਫਿਰੇ ਨਿਸ਼ੰਗ, ਉਡੜੇ ਕਾਗਾ ਦੇਸ਼ ਜੋ ਦੱਛਣ, ਕਬ ਘਰ ਆਵੇ ਕੰਤ। ਤਾਂ ਇਸ ਤਰੀਕੇ ਨਾਲ ਉਹਨਾਂ ਨੇ ਰਚਨਾਵਾਂ ਲਿਖੀਆਂ। ਉਹਨਾਂ ਦੀ ਇਹਨਾਂ ਰਚਨਾਵਾਂ ਦੇ ਵਿੱਚ ਕਿੰਨੀ ਮੋਹ ਮੁਹੱਬਤ ਜਿਹੜੀ ਆ ਉਹ ਆਪਣੇ ਰੰਗਾਂ ਪ੍ਰਤੀ, ਤਿਉਹਾਰਾਂ ਪ੍ਰਤੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਤੇ ਗੁਲਾਮ ਹੁਸੈਨ ਵੀ ਸ਼ਾਮ ਭਗਵਾਨ ਕ੍ਰਿਸ਼ਨ ਨੂੰ ਯਾਦ ਕਰਦਾ ਹੈ, ਹੋਲੀ ਮਨਾਉਂਦਾ ਹੈ। ਉਸ ਦੀ ਹੋਲੀ ਦੇ ਰੰਗ ਦੇਖੋ, ਛਣਕਣ ਝਾਂਜਰਾਂ ਕਦਮ ਉਠਾਵਣ, ਸਈਆਂ ਮਾਣ ਮੱਤੀਆਂ ਆਵਣ, ਤੇ ਦਸਤੀ ਛੱਲੇ ਅਜਬ ਸੁਹਾਵਣ, ਹੋਰੀ ਖੇਲਣ ਧੁੰਮ ਮਚਾਵਣ। ਕਿੰਨੇ ਸੋਹਣੇ ਸ਼ਬਦ ਜਿਹੜੇ ਉਹਨਾਂ ਨੇ ਲਿਖੇ ਨੇ ਪੰਜਾਬੀ ਦੇ ਵਿੱਚ। ਤੇ ਉੱਥੇ ਅਸੀਂ ਖਵਾਜਾ ਗੁਲਾਮ ਫਰੀਦ ਦੀ ਗੱਲ ਵੀ ਕਰ ਲੈਂਦੇ ਹਾਂ। ਗੁਲਾਮ ਫਰੀਦ ਤੇ ਬਾਬਾ ਫਰੀਦ ਦੋਨੇ ਵੱਖੋ ਵੱਖਰੇ ਨੇ। ਬਾਬਾ ਫਰੀਦ ਬੇਸ਼ੱਕ ਉਹ ਰੱਬੀ ਰੂਹ ਸੀਗੇ, ਉਹਨਾਂ ਦੀ ਬਾਣੀ ਜਿਹੜੀ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਪੰਜਮ ਪਾਤਸ਼ਾਹ ਨੇ ਕੀਤੀ। ਤੇ ਦੂਸਰੇ ਪਾਸੇ ਜਿਹੜੇ ਖਵਾਜਾ ਗੁਲਾਮ ਫਰੀਦ ਸੀਗੇ ਉਹ ਪੰਜਾਬੀ ਦੇ ਬਹੁਤ ਮੰਨੇ ਹੋਏ ਸੂਫੀ ਸ਼ਾਇਰ ਵੀ ਸੀਗੇ। ਤੇ ਉਹਨਾਂ ਨੇ ਵੀ ਲਿਖਿਆ ਕਿ ਕੁੰਜ ਗਲੀ ਮੇ ਸ਼ਾਮ ਸੁੰਦਰ ਸੰਗ, ਹੋਰੀ ਧੂਮ ਮਚਾਓ, ਮੀਤ ਚੀਤ ਪਿਚਕਾਰੀ ਮਾਰੂ, ਪ੍ਰੀਤ ਗੁਲਾਲ ਉਡਾਊਂ। ਤਾਂ ਇੱਦਾਂ ਉਹਨਾਂ ਨੇ ਇਹ ਲਿਖਿਆ ਆ। ਤਾਂ ਗੁਲਾਮ ਫਰੀਦ ਹੋਰਾਂ ਦੇ ਹੋਲੀ ਬਾਰੇ ਹੋਰ ਵੀ ਕਾਫੀਆਂ ਨੇ, ਉਹਨਾਂ ਨੇ ਕਿੰਨੀਆਂ ਸੋਹਣੀਆਂ ਗੱਲਾਂ ਲਿਖੀਆਂ ਨੇ। ਉੱਥੇ ਹੀ ਉਹਨਾਂ ਨੇ ਅੱਲਾ, ਭਗਵਾਨ ਕ੍ਰਿਸ਼ਨ, ਬ੍ਰਿੰਦਾਬਨ, ਹੋਲੀ, ਪ੍ਰੇਮ, ਨੱਚਣ ਗਾਉਣ, ਅਨਹਦ ਨਾਦ ਜਿਹੜੇ ਉਹ ਸਭ ਇਕੱਠੇ ਕੀਤੇ ਨੇ। ਸਮਾਜ ਵਿੱਚ ਧਰਮ ਦਾ ਮਹੱਤਵ
ਕੀ ਹੈ ਅਸਲ ਵਿੱਚ? ਸੱਭਿਆਚਾਰ ਤੇ ਭਾਸ਼ਾ ਸਮਾਜ ਦੀਆਂ ਬੁਨਿਆਦੀ ਪਛਾਣਾਂ ਨੇ। ਸੱਭਿਆਚਾਰ ਤੇ ਭਾਸ਼ਾ ਪਹਿਲਾਂ ਪੈਦਾ ਹੁੰਦੇ ਤੇ ਧਰਮ ਬਾਅਦ ਵਿੱਚ, ਤੇ ਕਿਸੇ ਖਿੱਤੇ ਦੀ ਮੌਲਿਕ ਪਛਾਣ ਉਸਦੇ ਸੱਭਿਆਚਾਰ ਅਤੇ ਭਾਸ਼ਾ ਦੇ ਵਿੱਚ ਪਈ ਆਉਂਦੀ ਹੈ। ਤਿਉਹਾਰ ਸੱਭਿਆਚਾਰ ਦੇ ਚਿੰਨ੍ਹ ਹੁੰਦੇ ਨੇ। ਕਈ ਤਿਉਹਾਰ ਆਪਣੀ ਧਾਰਮਿਕ ਪਛਾਣਾਂ ਤੋਂ ਆਜ਼ਾਦ ਹੋ ਕੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਨੇ। ਹੋਲੀ ਵੀ ਅਜਿਹਾ ਹੀ ਤਿਉਹਾਰ ਹੈ। ਇਸਲਾਮਾਬਾਦ ਵਿੱਚ ਮਨਾਈ ਗਈ ਹੋਲੀ ਵਿੱਚ ਪੰਜਾਬੀ, ਸਿੰਧੀ, ਬਲੋਚ, ਪਖਤੂਨ ਸਭ ਭਾਈਚਾਰਿਆਂ ਦੇ ਵਿਦਿਆਰਥੀ ਤੇ ਵਿਦਿਆਰਥਣਾਂ ਨੇ ਹਿੱਸਾ ਲਿਆ। ਮਨੁੱਖੀ ਮਨ 'ਚੋਂ ਹੁੰਦੇ ਖੁਸ਼ੀ ਦੇ ਪ੍ਰਗਟਾਵਿਆਂ ਉੱਤੇ ਦੋਸਤੋ ਪਾਬੰਦੀਆਂ ਨਹੀਂ ਲਗਾਈਆਂ ਜਾ ਸਕਦੀਆਂ। ਪਾਬੰਦੀਆਂ ਲਗਾਉਣ ਵਾਲਿਆਂ ਨੂੰ ਆਪਣੇ ਮਨਾਂ ਦੇ ਵਿੱਚ ਪਈ ਹੋਈ ਸੌੜੀ ਸੋਚ ਤੋਂ ਪੈਦਾ ਹੋਈ ਸੜਾਂਧ ਤੇ ਅਨਮਨੁੱਖਤਾ ਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਉਹਨਾਂ ਨੇ ਜਿੱਤਣਾ ਨਹੀਂ। ਜਿੱਤ ਮਨੁੱਖੀ ਆਜ਼ਾਦੀ ਦੀ ਹੋਣੀ ਚਾਹੀਦੀ ਆ। ਤੇ ਦੱਖਣੀ ਏਸ਼ੀਆ ਦੇ ਸਾਰੇ ਦੇਸ਼ਾਂ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ, ਵਿੱਚ ਪਾਬੰਦੀਆਂ ਲਗਾਉਣ ਵਾਲੇ ਹਾਵੀ ਹੋ ਰਹੇ ਨੇ। ਸਾਨੂੰ ਇਹਨਾਂ ਪਾਬੰਦੀਆਂ ਦੇ ਵਿਰੁੱਧ ਲੜਨਾ ਪਵੇਗਾ। ਸੋ ਦੋਸਤੋ, ਇਹ ਸੀ 2 ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਇੱਥੇ ਹੀ ਕਰਦੇ ਹਾਂ ਸਮਾਪਤੀ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, ਪੰਜਾਬ ਟਾਕਸ ਚੈਨਲ। ਕੀ ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ? ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। ਵੇਅਰ ਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। We are a safety-first company with a strong commitment to drivers' well-being. Based in Winnipeg's Centreport District, Mataj is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on the Freightliners. We do lots of servicing inside the shop, trucks, trailers, lots of lighting problems and stuff like that. ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ। ਜਦੋਂ ਯੂਐਸ ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਦਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਅਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸ ਡੌਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰ ਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਬੈਡ ਹੇਅਰ ਡੇ? ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੇ ਹੇਅਰ ਸੈਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ।
ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। RJ हेयर सलून ਤੁਹਾਨੂੰ ਪ੍ਰੋਵਾਈਡ ਕਰਦਾ ਹੈ हेयर ਸਮੂਥਨਿੰਗ, ਕੈਰਾਟਿਨ हेयर ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, हेयर कट, हेयर spas, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ RJ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ RJ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ RJ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵੇਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ RJ ਹੇਅਰ ਸੈਲੂਨ। ਕੀ ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। We are a safety-first company with a strong commitment to drivers' well-being. Based in Winnipeg Centreport District, Matage is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on the Freightliners. We do lots of servicing inside the shop, trucks, trailers, lots of lighting problems and stuff like that. It's a good company to work for. ਵੇਅਰਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ।